ਅੱਜ ਇੱਕ ਚੌਥੀ ਸ਼ੈਲੀ ਵੀ ਜਿਹੜੀ ਆ ਉਹ ਪ੍ਰਚਲਿਤ ਹੋ ਗਈ ਹੈ। ਉਹਨੂੰ ਨਾਂ ਦਿੱਤਾ ਗਿਆ ਹੈ ਮਰਕਟ ਮੂਰਖ ਸ਼ੈਲੀ। ਮਰਕਟ ਮੂਰਖ ਸ਼ੈਲੀ, ਮਰਕਟ ਕਹਿੰਦੇ ਨੇ ਬਾਂਦਰ ਨੂੰ। ਇਹ ਕਿਹੜੀ ਸ਼ੈਲੀ ਹੋ ਗਈ ਪ੍ਰਚਾਰ ਦੀ? ਬਾਂਦਰ ਜਿਹੜਾ ਹੁੰਦਾ ਨਾ, ਉਹ ਦਰਖਤ ਦੀਆਂ ਟਾਹਣੀਆਂ ਦੇ ਉੱਤੇ ਟਪੂਸੀਆਂ ਮਾਰਦਾ ਫਿਰਦਾ ਰਹਿੰਦਾ। ਇਸੇ ਤਰ੍ਹਾਂ ਹੀ ਵਿਖਿਆਨ ਕਰਨਾ, ਕਦੇ ਤਾੜੀਆਂ ਮਾਰਨੀਆਂ, ਕਦੇ ਹੱਥ ਹਿਲਾਉਣੇ, ਕਦੇ ਹੱਸਣਾ, ਕਦੇ ਕਿਹੋ ਜਿਹਾ ਮੂੰਹ ਬਣਾਉਣਾ, ਕਦੇ ਕਿਸੇ ਦੀ ਨਿੰਦਿਆ, ਕਦੇ ਕਿਸੇ ਦੀ ਨਿੰਦਿਆ, ਕਦੇ ਕਿਸੇ ਦੀ ਨਿੰਦਿਆ। ਔਰ ਸਭ ਤੋਂ ਵੱਡੀ ਗੱਲ, ਜਿਹੜੇ ਧਰਮ ਦਾ ਪ੍ਰਚਾਰ ਕਰਨਾ ਹੈ ਉਸੇ ਧਰਮ ਦੀ ਨਿੰਦਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਪਣੀ ਬੇਬਾਕ ਅੰਦਾਜ਼ੀ ਕਰਕੇ, ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਨੇ, ਕਿਉਂਕਿ ਹੁਣ ਆਵਾਮ ਨੂੰ ਅਜਿਹਾ ਲੱਗਣ ਲੱਗ ਪਿਆ ਹੈ ਕਿ ਸਿੱਖ ਕੌਮ ਦੇ ਹੱਕ ਸੱਚ ਦੇ ਫੈਸਲੇ ਲੈਣ ਵਾਲਾ ਇੱਕ ਜਥੇਦਾਰ ਲੰਬੇ ਸਮੇਂ ਬਾਅਦ ਸਿੱਖ ਕੌਮ ਨੂੰ ਮਿਲਿਆ ਹੈ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਹੋਇਆ ਹੈ। ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਵੱਦੀ ਟਕਸਾਲ ਵਿਖੇ ਇੱਕ ਸਮਾਗਮ ਦੌਰਾਨ ਉਹਨਾਂ ਕੂੜ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਨਿਸ਼ਾਨੇ ਤੇ ਲਿਆ ਅਤੇ ਉਹਨਾਂ ਨੂੰ ਬਾਂਦਰ ਤੱਕ ਆਖ ਦਿੱਤਾ। ਉਹਨਾਂ ਨੇ ਸ਼ੈਲੀਆਂ ਗਿਣਾਉਂਦੇ ਉਹਨਾਂ ਨੇ ਆਖ ਦਿੱਤਾ ਕਿ ਇੱਕ ਹੋਰ ਸ਼ੈਲੀ ਹੈ ਮਰਕਟ ਮੂਰਖ ਸ਼ੈਲੀ, ਮਤਲਬ ਬਾਂਦਰਾਂ ਦੀ ਸ਼ੈਲੀ ਕਹਿ ਸਕਦੇ ਹਾਂ। ਸਿੱਧੇ ਤੌਰ ਦੇ ਉੱਤੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਤੇ ਅਜਿਹੇ ਪ੍ਰਚਾਰਕ ਜੋ ਆਪਣੇ ਗੁਰੂ ਤੇ ਹੀ ਕਿੰਤੂ ਕਰਦੇ ਨੇ, ਉਹਨਾਂ ਨੂੰ ਬਾਂਦਰ ਕਹਿ ਕੇ ਸੰਬੋਧਿਤ ਕੀਤਾ ਆਪਣੇ ਇਸ ਬਿਆਨ ਵਿੱਚ ਜਥੇਦਾਰ ਸਾਹਿਬ ਨੇ। ਆਓ ਪਹਿਲਾਂ ਮਾਰਦੇ ਹਾਂ ਇੱਕ ਨਜ਼ਰ ਕਿ ਕੀ ਕੁਝ ਕਿਹਾ ਤੇ ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਕਰਦੇ ਹਾਂ। ਜੁਗ ਜੁਗ ਅਟਲ, ਲੋਕ ਪਰਲੋਕ ਦੇ ਰਾਖੇ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਤ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਮਾਨਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤੱਕ ਸ੍ਰੀ ਕੇਸਗੜ੍ਹ ਸਾਹਿਬ ਸੰਬੋਧਨ ਹੋ ਕੇ ਗਏ ਨੇ। ਬਾਬਾ ਅਮੀਰ ਸਿੰਘ ਜੀ ਨੇ ਆਪ ਜੀ ਨੂੰ ਸੰਬੋਧਨ ਕੀਤਾ ਹੈ। ਔਰ ਜਿਸ ਮਹਾਨ ਹਸਤੀ ਦੀ ਯਾਦ ਦੇ ਵਿੱਚ ਆਪਾਂ ਜੁੜੇ ਬੈਠੇ ਹਾਂ, ਉਹਨਾਂ ਬਾਰੇ ਦੋ ਸ਼ਬਦ ਕਹੇ ਨੇ। ਸੰਤ ਬਾਬਾ ਸੁੱਚਾ ਸਿੰਘ ਜੀ, ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਨਮਾਨ ਮਿਲਿਆ। ਅੱਜ ਅਸੀਂ ਉਹਨਾਂ ਨੂੰ ਇਸ ਕਰਕੇ ਯਾਦ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਇਸ ਅਸਥਾਨ ਦੇ ਉੱਤੇ ਸ਼ਬਦ ਪ੍ਰਧਾਨ ਰਾਗ ਵਿਦਿਆ ਦੀ ਟਕਸਾਲ ਦੀ ਸ਼ੁਰੂਆਤ ਕੀਤੀ। ਇੱਥੇ ਪੜ੍ਹਨ ਵਾਲੇ ਵਿਦਿਆਰਥੀ ਅੱਜ ਵੀ ਤੰਤੀ ਸਾਜ਼ਾਂ ਦੇ ਨਾਲ ਗੁਰਬਾਣੀ ਦੇ ਨਿਰਧਾਰਤ ਰਾਗਾਂ ਅਨੁਸਾਰ ਕੀਰਤਨ ਕਰਦੇ ਨੇ ਔਰ ਕੀਰਤਨ ਕਰਨਾ ਸਿੱਖਦੇ ਨੇ। ਮੈਂ ਸਮਝਦਾ ਕਿ ਇਹ ਸਾਡੀ ਜਿਹੜੀ ਤੰਤੀ ਸਾਜ਼ਾਂ ਨਾਲ ਕੀਰਤ ਕਰਨ ਦੀ ਪੁਰਾਤਨ ਪਰੰਪਰਾ ਹੈ, ਉਹਨੂੰ ਇਹ ਸਥਾਨ ਜਿਹੜਾ ਹੈ ਪੁਨਰ ਸੁਰਜੀਤ ਕਰਨ ਦਾ ਯਤਨ ਕਰ ਰਿਹਾ ਹੈ। ਵਾਹਿਗੁਰੂ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਜਿਹੜਾ ਹੈ ਇਸ ਕਾਰਜ ਲਈ ਬਲ ਬਖਸ਼ੇ, ਉਦਮ ਬਖਸ਼ੇ, ਵਿਵੇਕ ਬੁੱਧ ਬਖਸ਼ੇ। ਕਿਸੇ ਵੀ ਧਰਮ ਦੇ ਪ੍ਰਚਾਰ ਦੇ ਲਈ, ਪ੍ਰਸਾਰ ਦੇ ਲਈ ਤਿੰਨ ਸ਼ੈਲੀਆਂ ਜਿਹੜੀਆਂ ਨੇ ਉਹ ਇਸਤੇਮਾਲ ਹੋਈਆਂ ਨੇ। ਜਿਹੜੇ ਸਨਾਤਨੀ ਵਿਦਵਾਨ ਹੈ ਉਹਨਾਂ ਨੇ ਇਹਨਾਂ ਸ਼ੈਲੀਆਂ ਨੂੰ ਨਾਮ ਦਿੱਤਾ ਹੈ ਨਾਰਦ ਸ਼ੈਲੀ, ਵਿਆਸ ਸ਼ੈਲੀ, ਰੁਦਰਾ ਸ਼ੈਲੀ। ਸਾਡੇ ਇੱਕ ਬਹੁਤ ਪ੍ਰਸਿੱਧ ਕਥਾਵਾਚਕ ਹੋਏ ਨੇ ਗਿਆਨੀ ਅਜੀਤ ਸਿੰਘ ਜੀ ਰਤਨ, ਉਹਨਾਂ ਨੇ ਇਹਨਾਂ ਸ਼ੈਲੀਆਂ ਦੀ ਵਿਆਖਿਆ ਕਰਦਿਆਂ ਜ਼ਿਕਰ ਕੀਤਾ ਹੈ ਕਿ ਇੱਕ ਸ਼ੈਲੀ ਉਹ, ਪਹਿਲੀ ਸ਼ੈਲੀ ਉਹ ਜਿਹਦਾ ਆਗਾਜ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ 'ਚ ਖੁਦ ਗੁਰੂ ਨਾਨਕ ਸਾਹਿਬ ਜੀ ਨੇ ਕੀਤਾ ਔਰ ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਸੁਰਾਂ ਦੇ ਨਾਲ ਸਾਥ ਦਿੱਤਾ। ਕੀਰਤਨ ਸ਼ੈਲੀ। ਦੂਸਰੀ ਕਥਾ ਵਖਿਆਨ ਦੀ ਸ਼ੈਲੀ। ਗੁਰਮਤਿ ਪਰੰਪਰਾ ਦੇ ਵਿੱਚ ਸਭ ਤੋਂ ਪਹਿਲੇ ਵਿਆਖਿਆਕਾਰ ਅਸੀਂ ਭਾਈ ਗੁਰਦਾਸ ਜੀ ਨੂੰ ਮੰਨਦੇ ਹਾਂ। ਭਾਈ ਗੁਰਦਾਸ ਜੀ ਨੇ
श्री गुरु ग्रंथ साहिब सच्चे पातशाह जी की सब तो पहली व्याख्या जिहड़ी आ की गुरु साहिबान ने भी की। ये नहीं कि गुरु साहिबान जिहड़े सन पहले भाई गुरदास जी तो वो संगतां नूं समझाउण दे लई गुरबाणी की व्याख्या नहीं सी करदे, पर लिखत दे विच सब तो पहली व्याख्या जिहड़ी है वो भाई गुरदास जी की मिलती है। तीसरी जिहड़ी है वो है ढड सारंगी कविता या कविश्री राही प्रचार की शैली। इसका आगाज़ मेरी पीरी के मालक श्री गुरु हरगोबिंद साहिब सच्चे पातशाह ने किया, ढाडी परंपरा का, और कविश्री या कवि परंपरा का आगाज़ श्री गुरु गोबिंद सिंह महाराज तो होया। अज एक चौथी शैली भी जिहड़ी है प्रचलित हो गई है, उन्होंने नाम दिता गया है मरकट मूर्ख शैली। मरकट मूर्ख शैली, मरकट कहते ने बांदर नूं। ये किहड़ी शैली होगी प्रचार की? बांदर जिहड़ा हुंदा ना वो दरखत दीयां टाहणियां दे उत्ते टपूसियां मारदा फिरदा रहिंदा। इसे तरह ही वखियान करना, कदे ताड़ियां मारनियां, कदे हथ हिलाउणे, कदे हसना, कदे किहो जिहा मूँह बनाउणा, कदे किसी की निंदिया, कदे किसी की निंदिया, कदे किसी की निंदिया, और सब तो वड्डी गल जिहड़े धर्म का प्रचार करना है उसे धर्म की निंदिया। जिहड़े धर्म के प्रचारक होने का दावा करते उसे धर्म की निंदिया करनी जिहड़ी है ये मरकट मूर्ख शैली है। जिहड़ी दरखत की छां थल्ले बैठना है उसे दे पत्तियां नूं तोड़ना शुरू कर दो। भी ठीक है, समा पा के धर्म दे विच कुछ गलत गल्लां दाखल हो जांदियां ने, धर्म नूं निभाउण वालियां दे अंदर कुछ गलत गल्लां जिहड़ियां वो दाखल हो जांदियां, तो उन्हां गलत गल्लां नूं बाहर कढना ये धर्म प्रचारकां दा फर्ज है। बाबा जी कह देन अपने विद्यार्थियों नूं, संत बाबा अमीर सिंह जी भी आ दरबार साहब दीयां कंधां ते गर्द बहुत जम गई है, रात हनेरी आई सी, कपड़ा लाओ तो उन्हें साफ करो, फर्श बड़ा गंदा हो गया, बाछड़ अंदर आ गई है, मिट्टी अंदर आ गई है, इस फर्श की मिट्टी साफ करो। तो बाबा जी के विद्यार्थी थौड़ा लैके छैनियां लैके फर्श पुटना शुरू कर देना, कंधां खुरचनियां शुरू कर देना, तो बाबा जी रोकणगे कि भाई ये की करदे हो? जे ना रोकण फिर सख्ती नाल कहणगे, जे सख्ती नाल ना रोकण तो फिर बाबा जी नूं डांग भी चुकनी पऊ। भी मूर्खो तुसीं तां कंधां तोड़ी जांदे हो। तो वो फिर विद्यार्थी अगों दलील देण भी फिर की हुंदा जे कंधां टुट गईयां, छत डिग पू, तो फिर वो अगों दलील देण भी छत तां पिलरां ते खड़ी है, कंधां दा की काम है? कंधां दा की काम है? जे ढह जाणगियां टुट जाणगियां इन्हां दा की काम है? ते जे बाबा जी कहने वो पढ़दे है, वो पढ़दियां दा की काम है? इत्थे आपां कथा कीर्तन ही करना, पढ़दियां दा की काम है? ये मूर्खता ही है। मूर्खता तो सिवाय कुछ भी नहीं है। देखो किड्डी कमाल दी गल है, साडी कौम ने की कीता, जिहड़ा सब तो अहम जिम्मेवारी वाला काम है, सब तो अहम जिम्मेवारी वाला काम है, वो है धर्म के सिद्धांतां परंपरावां ते मर्यादा का प्रचार, वो असीं मूर्खां हवाले करता, जिहदे कारण अज साडी ये दशा हो गई है। अज साडी ये दशा हो गई है। असी अपने अनमोल अमीर सिद्धांतां तो, असी अपनियां अमोल अमीर परंपरावां तो, जिन्हां सिद्धांतां जिन्हां परंपरावां की राखी दे लई साडे महान पूर्वजां ने खून डोलिया, शहीदियां दित्तियां, असी उन्हां नूं रौंदना शुरू कर दिता, उन्हां दा मलिया मेट शुरू कर दिता, उन्हां नूं रौंदना शुरू करता, उन्हां दा मलिया मेट करना शुरू कर दिता। ते असी चुपचाप देखी जाने, ताड़ियां मार के हसी जाने, ताड़ियां मार के हसी जाने। इस करके कौम नूं बड़ा सोचण दी समझण दी जरूरत है। ये भी दलील दी जाती
ਕਹਿੰਦੇ ਅਸੀਂ ਸੰਸਥਾ ਦਾ ਥੋੜ੍ਹੀ ਨੁਕਸਾਨ ਕਰਦੇ ਹਾਂ, ਅਸੀਂ ਤਾਂ ਸੰਸਥਾ ਦੇ ਉੱਤੇ ਜਿਹੜੇ ਵਿਅਕਤੀ ਬੈਠੇ ਉਹਨਾਂ ਦਾ ਨੁਕਸਾਨ ਕਰਦੇ ਹਾਂ। ਇਹ ਸੰਸਥਾ ਦੇ ਮਾੜੇ ਵਿਅਕਤੀ ਬੈਠੇ ਉਹਨਾਂ ਦੀ ਆਲੋਚਨਾ ਕਰਨੀ, ਉਸਾਰੂ ਢੰਗ ਦੇ ਨਾਲ ਕਰਨੀ, ਇਹ ਵੀ ਸਾਡਾ ਫਰਜ਼ ਹੈ, ਕਰਨੀ ਚਾਹੀਦੀ ਹੈ। ਪਰ ਇੱਕ ਗੱਲ ਇਹ ਵੀ ਚੇਤੇ ਰੱਖਣੀ ਚਾਹੀਦੀ ਹੈ ਕਿ ਸੰਸਥਾਵਾਂ ਨੂੰ ਵਿਅਕਤੀਆਂ ਤੇ ਵਿਅਕਤੀਆਂ ਨੂੰ ਸੰਸਥਾਵਾਂ ਦੇ ਨਾਲੋਂ ਜੁਦਾ ਕਰਕੇ ਨਹੀਂ ਦੇਖਿਆ ਜਾ ਸਕਦਾ। ਇਸ ਕਰਕੇ ਸੰਸਥਾਵਾਂ ਨਾਲ ਜੁੜੇ ਵਿਅਕਤੀਆਂ ਦੀ ਕੁਰਦਾਰ ਕੁਸ਼ੀ ਕਰਨੀ, ਇਹ ਵੀ ਸੰਸਥਾਵਾਂ ਨੂੰ ਢਾਹ ਲਾਉਣ ਵਾਲੀ ਗੱਲ ਹੀ ਹੁੰਦੀ ਹੈ, ਔਰ ਵੀ ਬੇਵਜ੍ਹਾ, ਉਹ ਵੀ ਬੇਵਜ੍ਹਾ। ਇਸ ਕਰਕੇ ਅਸੀਂ ਸੋਚੀਏ, ਸਮਝੀਏ। ਮੈਂ ਅੱਜ ਦੀ ਨੌਜਵਾਨੀ ਨੂੰ ਇਹ ਅਪੀਲ ਕਰਨੀ ਚਾਹੁੰਦਾ ਹਾਂ ਕਿ ਕਿਤਾਬਾਂ ਆਪ ਪੜ੍ਹਿਆ ਕਰੀਏ, ਬਾਣੀ ਆਪ ਪੜ੍ਹਨਾ ਸ਼ੁਰੂ ਕਰੀਏ। ਸੋਸ਼ਲ ਮੀਡੀਆ ਤੋਂ ਧਾਰਮਿਕ ਗਿਆਨ ਲੈਣ ਦੀ ਬਜਾਏ ਨਾ, ਅਸੀਂ ਧਾਰਮਿਕ ਪੁਸਤਕਾਂ ਪੜ੍ਹਨੀਆਂ ਸ਼ੁਰੂ ਕਰੀਏ, ਤੇ ਉਹ ਪੁਸਤਕਾਂ ਪੜ੍ਹਨੀਆਂ ਸ਼ੁਰੂ ਕਰੀਏ ਜਿਹੜੀਆਂ ਸਾਨੂੰ ਗੁਰੂ ਦੇ ਨਜ਼ਦੀਕ ਲੈ ਕੇ ਆਉਂਦੀਆਂ, ਜਿਹੜੀਆਂ ਸਾਨੂੰ ਗੁਰਦੁਆਰੇ ਵੱਲ ਜਾਣ ਲਈ ਪ੍ਰੇਰਿਤ ਕਰਦੀਆਂ ਨੇ, ਜਿਹੜੀਆਂ ਸਾਨੂੰ ਸੰਗਤ 'ਚ ਬੈਠਣ ਲਈ, ਕੀਰਤਨ ਸੁਣਨ ਲਈ ਪ੍ਰੇਰਿਤ ਕਰਦੀਆਂ ਨੇ। ਉਹ ਲਿਖਤਾਂ ਪੜ੍ਹਨ ਦੀ ਲੋੜ ਨਹੀਂ ਹੈ ਜਿਹੜੀਆਂ ਸਾਨੂੰ ਗੁਰੂ ਤੋਂ ਹੀ ਦੂਰ ਕਰਦੀਆਂ ਨੇ, ਜਿਹੜੀਆਂ ਸਾਨੂੰ ਸਿਖਾਉਂਦੀਆਂ ਨੇ ਗੁਰਦੁਆਰੇ ਜਾਣ ਦਾ ਫਾਇਦਾ ਕੋਈ ਨਹੀਂ, ਕੀਰਤਨ ਸੁਣਨ ਦਾ ਫਾਇਦਾ ਕੋਈ ਨਹੀਂ, ਕਥਾ ਸੁਣਨ ਦਾ ਫਾਇਦਾ ਹੀ ਕੋਈ ਨਹੀਂ। ਇਹੋ ਜਿਹੇ ਪ੍ਰਚਾਰ ਤੋਂ ਦੂਰ ਰਹੀਏ। ਮੈਂ ਅੰਤ ਦੇ ਵਿੱਚ ਫੇਰ ਸੰਤ ਬਾਬਾ ਅਮੀਰ ਸਿੰਘ ਜੀ ਨੂੰ ਇਸ ਗੱਲੋਂ ਮੁਬਾਰਕਬਾਦ ਦਿੰਦਾ ਕਿ ਇੱਕ ਤਾਂ ਉਹ ਹਰ ਸਾਲ ਉਸ ਸ਼ਖਸੀਅਤ ਨੂੰ ਯਾਦ ਕਰਦਿਆਂ ਸਮਾਗਮ ਕਰਵਾਉਂਦੇ ਨੇ ਜਿਨ੍ਹਾਂ ਨੇ ਇੱਥੇ ਪੁਰਾਤਨ ਕੀਰਤਨ ਸ਼ੈਲੀ ਨੂੰ ਮੁੜ ਸੁਰਜੀਤ ਕਰਨ ਲਈ ਰਾਗ ਆਧਾਰਿਤ, ਸ਼ਬਦ ਪ੍ਰਧਾਨ ਰਾਗ ਆਧਾਰਿਤ ਵਿੱਦਿਆ ਦੇਣ ਦੇ ਯੋਗ ਪ੍ਰਬੰਧ ਕੀਤੇ। ਤੇ ਬਾਬਾ ਜੀ ਉਹਨਾਂ ਦੇ ਆਰੰਭੇ ਕਾਰਜਾਂ ਨੂੰ ਅੱਗੇ ਤੋਰ ਰਹੇ ਨੇ ਸੰਤ ਬਾਬਾ ਅਮੀਰ ਸਿੰਘ ਜੀ। ਮੈਂ ਇਸ ਲਈ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦਾ। ਬਹੁਤ ਸਾਰੀਆਂ ਸ਼ਖਸੀਅਤਾਂ ਹਾਜ਼ਰ ਹੋਈਆਂ ਨੇ, ਸਿੰਘ ਸਾਹਿਬ ਜੀ ਨੇ ਨਾਂ ਲਏ ਨੇ, ਗਿਆਨੀ ਕੁਲਵੰਤ ਸਿੰਘ ਜੀ ਪਹੁੰਚੇ ਨੇ, ਡਾਕਟਰ ਗੁਰਨਾਮ ਸਿੰਘ ਜੀ ਪਹੁੰਚੇ ਨੇ। ਸਭ ਦਾ ਹੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੰਤतः ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਲਿੱਤੇ ਗਏ ਹਰ ਫੈਸਲੇ ਸਿੱਖ ਸੰਗਤ ਨੂੰ ਸਿਰ ਮੱਥੇ ਪ੍ਰਵਾਨ ਹੁੰਦੇ ਨੇ, ਪਰ ਬਹੁਤ ਸਾਰੇ ਸਵਾਲ ਅਜੇ ਵੀ ਆਮ ਲੋਕਾਂ ਦੇ ਜ਼ਿਹਨ ਵਿੱਚ ਰਹਿ ਕੇ ਉੱਠਦੇ ਨੇ, ਆ ਰਹੇ ਨੇ ਕਿ ਆਖਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੰਨੇ ਸਰੂਪ ਕਿੱਦਾਂ ਛਾਪੇ ਗਏ ਜਾਂ ਕਿੱਦਾਂ ਉਹ ਲੋਕਾਂ ਵਿੱਚ ਵੇਚੇ ਗਏ ਜਾਂ ਵੰਡੇ ਗਏ, ਅਤੇ ਇੰਨੇ ਸਾਲਾਂ ਤੋਂ ਆਡਿਟ ਕਿਉਂ ਨਹੀਂ ਕੀਤਾ ਗਿਆ। ਪਰ ਹੁਣ ਵੇਖਣਾ ਇਹ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਏ ਦਿਨ ਬਹੁਤ ਕਰੜੇ ਫੈਸਲੇ ਲਿੱਤੇ ਜਾਂਦੇ ਨੇ ਉਹਨਾਂ ਖਿਲਾਫ ਜਿਨ੍ਹਾਂ ਨੇ ਕੌਮ ਨਾਲ ਦਗਾ ਖੱਟਿਆ ਹੈ ਜਾਂ SGPC ਦੇ ਅਧਿਕਾਰੀ ਇੰਪਲੋਈਜ਼ ਹੁੰਦਿਆਂ ਹੋਇਆਂ SGPC ਦਾ ਲਾਹਾ ਲਿੱਤਾ ਹੈ ਤੇ ਆਪਣੀਆਂ ਜੇਬਾਂ ਭਰੀਆਂ ਨੇ। ਇਹ ਹੁਣ ਆਉਣ ਵਾਲਾ ਵਕਤ ਤੈਅ ਕਰੇਗਾ ਕਿ ਕੂੜ ਪ੍ਰਚਾਰਕਾਂ ਤੋਂ ਲੈ ਕੇ SGPC ਦੇ ਉਹ ਅਧਿਕਾਰੀ ਜਿਹੜੇ ਆਪਣੀਆਂ ਜੇਬਾਂ ਭਰਨ ਵਿੱਚ ਲੱਗੇ ਹੋਏ ਸੀ, ਉਹਨਾਂ ਦਾ ਹਸ਼ਰ ਕੀ ਹੁੰਦਾ ਹੈ, ਦੇਖਣਾ ਦਿਲਚਸਪ ਹੋਵੇਗਾ। ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।